ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ, SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ, ਜਿਨ੍ਹਾਂ ਦੇ ਅੰਦਰ ਗੁਰਬਾਣੀ ਦਾ ਆਪ ਪਾਠ ਕਰਨ ਦਾ ਪਿਆਰ ਜਾਗਿਆ, ਲਗਨ ਬਣੀ, ਅਰਥ ਸਿੱਖਣ ਦੀ ਗੁਰੂ ਪਾਤਸ਼ਾਹ ਨੇ ਅੰਦਰ ਭਾਵਨਾ ਬਣਾ ਦਿੱਤੀ। ਉਹ ਲਗਾਤਾਰ ਕੰਟੀਨਿਊ ਅਰਥਾਂ ਸਮੇਤ ਸਹਿਜ ਪਾਠ ਦਾ ਲਾਹਾ ਲੈ ਰਹੇ ਨੇ। ਮੈਂ ਇਸ ਵੀਡੀਓ ਰਾਹੀਂ ਜੋ ਸਤਿਗੁਰੂ ਜੀ ਨੇ ਤੁੱਛ ਜੀ ਬੁੱਧੀ ਬਖਸ਼ੀ ਹੈ, ਉਸ ਮੁਤਾਬਕ ਜਿੰਨੀ ਕੁ ਗੁਰਬਾਣੀ ਦੀ ਸੋਝੀ ਹੈ, ਉਹ ਖਜ਼ਾਨਾ ਲੈ ਕੇ ਇਸ ਵੀਡੀਓ ਰਾਹੀਂ ਤੁਹਾਡੇ ਘਰ ਪਹੁੰਚਦਾ ਹਾਂ। ਘਰ ਘਰ ਦੇ ਵਿੱਚ ਗੁਰੂ ਦੇ ਉਪਦੇਸ਼ ਪਹੁੰਚਾਉਣ ਵਾਸਤੇ ਇਹ ਨਿਮਾਣੀ ਜੀ ਸੇਵਾ ਸ਼ੁਰੂ ਕੀਤੀ ਹੈ। ਸ਼ੁਕਰ ਵਾਹਿਗੁਰੂ ਜੀ ਦਾ, ਬੇਅੰਤ ਪਰਿਵਾਰ ਇਸ ਦਾ ਲਾਹਾ ਪ੍ਰਾਪਤ ਕਰ ਰਹੇ ਹਨ। ਉਹਨਾਂ ਵਿੱਚੋਂ ਇੱਕ ਤੁਸੀਂ ਹੋ। ਆਓ ਅੱਜ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 111 ਦੇ ਉੱਪਰ ਅੰਕਿਤ ਮਾਝ ਰਾਗ ਦੇ ਵਿੱਚ ਅਸ਼ਟਪਦੀਆਂ ਚੱਲ ਰਹੀਆਂ ਨੇ। 8-8 ਪਦਿਆਂ ਦੇ ਸ਼ਬਦ ਤੇ ਤੀਸਰੇ ਪਾਤਸ਼ਾਹ ਦੀਆਂ ਅਸ਼ਟਪਦੀਆਂ ਆਪਾਂ ਵਿਚਾਰਦੇ ਆ ਰਹੇ ਹਾਂ। ਆਓ ਸਿੱਖਣ ਦਾ ਯਤਨ ਕਰੀਏ। ਅੱਜ ਮਾਝ ਰਾਗ ਦੀ ਚੌਥੀ ਅਸ਼ਟਪਦੀ ਹੈ, ਤੀਸਰੇ ਪਾਤਸ਼ਾਹ ਦੀ ਤੀਜੀ ਅਸ਼ਟਪਦੀ ਹੈ, ਕਿਉਂਕਿ ਇੱਕ ਅਸ਼ਟਪਦੀ ਗੁਰੂ ਨਾਨਕ ਪਾਤਸ਼ਾਹ ਦੀ ਸੀ। ਮਾਝ ਮਹੱਲਾ ਤੀਜਾ, ਤੀਸਰੇ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਬਚਨ ਨੇ। ਜਦੋਂ ਅਸੀਂ ਮਹਿਸੂਸ ਕਰਾਂਗੇ ਵਾਹਿਗੁਰੂ ਜੀ ਨੂੰ, ਅਹਿਸਾਸ ਕਰਨ ਦਾ ਯਤਨ ਕਰਾਂਗੇ, ਜਿੰਨੇ ਵੀ ਵਰਤਾਰੇ ਵਰਤ ਰਹੇ ਨੇ ਉਹਨਾਂ ਵਿੱਚੋਂ ਰੱਬੀ ਨਿਜ਼ਮ ਨੂੰ ਸਮਝਣ ਦਾ ਯਤਨ ਕਰਾਂਗੇ। ਇੱਕ ਗੱਲ ਸਮਝ ਪੈਂਦੀ ਹੈ, ਇੱਕੋ ਆਪ ਫਿਰੈ ਪਰਛੰਨਾ। ਵਾਹਿਗੁਰੂ ਜੀ ਜਿਹਨੂੰ ਇੱਕ ਓੰਕਾਰ ਕਿਹਾ ਸੀ। ਪਰਛੰਨਾ ਹੁੰਦਾ ਕਵਰਡ, ਢਕਿਆ ਹੋਇਆ, ਪ੍ਰਤੱਖ ਦਿਖਾਈ ਨਹੀਂ ਦੇ ਰਿਹਾ। ਹਰ ਵਰਤਾਰੇ ਵਿੱਚ ਆਖੋ ਵਾਹਿਗੁਰੂ। ਵਰਤਾਰੇ ਵਾਹਿਗੁਰੂ ਜੀ ਦੇ ਨਿਜ਼ਮ ਵਿੱਚ ਵਰਤ ਰਹੇ ਨੇ। ਉਹ ਸ਼ਕਤੀ ਢਕੀ ਹੋਈ ਹੈ, ਕਵਰਡ ਹੈ, ਇਨਵਿਜ਼ੀਬਲ ਹੈ, ਅਦ੍ਰਿਸ਼ਟ ਹੈ, ਦਿਖਾਈ ਨਹੀਂ ਦੇ ਰਹੀ, ਸਾਹਮਣੇ ਪ੍ਰਤੱਖ ਨਹੀਂ ਦਿਖਾਈ ਦੇ ਰਹੀ। ਤੁਹਾਡੇ ਸਾਡੇ ਘਰਾਂ ਵਿੱਚ ਗਮਲੇ ਦੇ ਵਿੱਚ ਬੂਟੇ ਲੱਗੇ ਨੇ, ਹਰੇ ਰੰਗ ਦੇ ਬੂਟੇ ਨੇ। ਹਰੇ ਰੰਗ ਦੇ ਬੂਟੇ ਵਿੱਚੋਂ ਵੱਖ-ਵੱਖ ਰੰਗਾਂ ਦੇ ਫੁੱਲ ਨਿਕਲੀ ਜਾ ਰਹੇ ਨੇ। ਕੋਈ ਸ਼ਕਤੀ ਤਾਂ ਹੈ ਜਿਹੜੀ ਰੰਗ ਭਰਦੀ ਹੈ। ਫੁੱਲ ਖਿੜਦਾ, ਸੁਗੰਧੀ ਆਉਣ ਲੱਗ ਜਾਂਦੀ ਹੈ। ਕੋਈ ਸ਼ਕਤੀ ਤਾਂ ਹੈ ਜਿਹੜੀ ਉਹ ਸੁਗੰਧੀ ਉਸ ਵਿੱਚ ਭਰ ਜਾਂਦੀ ਹੈ। ਸ਼ਕਤੀ ਤਾਂ ਹੈ, ਦਿਸਦੀ ਨਹੀਂ, ਪ੍ਰਛੰਨਾ, ਕਵਰਡ ਹੈ। ਗੁਰਮੁਖ ਵੇਖਾ ਤਾਂ ਇਹ ਮਨ ਭਿੰਨਾ। ਜਦੋਂ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼, ਗੁਰਮੁਖ ਸ਼ਬਦ ਬਾ ਕਮਾਲ ਹੈ। ਇਹਦਾ ਇੱਕ ਪੱਖ ਹੈ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼, ਤੇ ਦੂਸਰਾ ਪੱਖ ਹੈ ਇਸ ਦਾ
ਜਿਨ੍ਹਾਂ ਨੇ ਉਸ ਉਪਦੇਸ਼ ਨੂੰ ਆਪਣੇ ਸੁਭਾਅ ਤੇ ਸੋਚ ਦੇ ਲੈਵਲ ਤੇ ਪ੍ਰੈਕਟੀਕਲ ਜਿਉਇਆ ਗੁਰੂ ਦੇ ਉਪਦੇਸ਼ ਨੂੰ, ਉਹ ਸੁਭਾਅ ਵੀ ਗੁਰਮੁਖ ਬਣ ਗਿਆ ਆਖੋ ਵਾਹਿਗੁਰੂ। ਉਹਨਾਂ ਨੇ ਦੇਖਿਆ, ਵਿਸ਼ਵਾਸ ਦੇ ਵਿੱਚ ਅਹਿਸਾਸ ਕੀਤਾ, ਮਹਿਸੂਸ ਕੀਤਾ ਵਾਹਿਗੁਰੂ ਜੀ, ਤੇ ਉਹਨਾਂ ਦਾ ਮਨ ਰੱਬ ਦੇ ਪਿਆਰ ਵਿੱਚ ਭਿੱਜ ਗਿਆ, ਕਿੰਨਾ ਭਿੱਜਿਆ ਹੋਇਆ। ਇੱਕ ਉਹ ਨੇ ਜਿਹੜੇ ਕਹਿੰਦੇ ਨੇ ਇਹ ਤੇ ਪਤਾ ਹੈ ਕਿ ਇਹਦੇ ਵਿੱਚ ਸ਼ਕਤੀ ਹੈ, ਜਿਹੜੀ ਸ਼ਕਤੀ ਫੁੱਲਾਂ ਦੇ ਵਿੱਚ ਰੰਗ ਭਰ ਦਿੰਦੀ ਹੈ। ਕਹਿੰਦੇ ਇਹ ਤੇ ਪਤਾ ਹੈ ਕਿ ਸ਼ਕਤੀ ਹੈ, ਜਿਹੜੀ ਸ਼ਕਤੀ ਸੁਗੰਧੀ ਭਰ ਦਿੰਦੀ ਹੈ। ਕੋਈ ਕਹਿੰਦਾ ਉਹ ਸ਼ਕਤੀ ਪਾਣੀ ਵਿੱਚ ਹੈ, ਕੋਈ ਕਹਿੰਦਾ ਉਹ ਮਿੱਟੀ ਵਿੱਚ ਹੈ। ਗੁਰਮੁਖ ਕਹਿੰਦੇ ਨੇ ਵਾਹਿਗੁਰੂ ਜੀ ਆਪ ਹੈ ਆਖੋ ਵਾਹਿਗੁਰੂ। ਬਸ ਜਿਉਂ-ਜਿਉਂ ਗੁਰਬਾਣੀ ਦੇ ਅਰਥ ਸਿੱਖਾਂਗੇ, ਗੁਰੂ ਦੇ ਉਪਦੇਸ਼ ਸਮਝਾਂਗੇ, ਉਪਦੇਸ਼ ਨੂੰ ਆਪਣੇ ਸੁਭਾਅ ਤੇ ਸੋਚ ਤੇ ਲਾਗੂ ਕਰਾਂਗੇ, ਸੁਭਾਅ ਗੁਰਮੁਖ ਸੁਭਾਅ ਬਣਦਾ ਜਾਏਗਾ, ਸੋਚ ਗੁਰਮਤ ਵਾਲੀ ਬਣਦੀ ਜਾਏਗੀ, ਮਹਿਸੂਸ ਹੁੰਦਾ ਜਾਏਗਾ ਕਿ ਵਾਹਿਗੁਰੂ ਜੀ ਦੇ ਪਿਆਰ ਵਿੱਚ ਇਹ ਮਨ ਭਿੱਜ ਜਾਂਦਾ ਹੈ। ਇਨ ਬਿਟਵੀਨ ਇਸੇ ਦੌਰਾਨ ਇੱਕ ਹੋਰ ਪ੍ਰਕਿਰਿਆ ਸਾਡੇ ਅੰਦਰ ਵਾਪਰਦੀ ਹੈ, ਉਹ ਕਿਹੜੀ? ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ, ਏਕੋ ਮਨ ਵਸਾਵਣਿਆ ਤ੍ਰਿਸ਼ਨਾ। ਇਹਨੂੰ ਥੋੜਾ ਜਿਹਾ ਧਿਆਨ ਨਾਲ ਸਮਝਣਾ। ਘਰ ਦੀਆਂ ਜ਼ਿੰਮੇਵਾਰੀਆਂ ਨੇ, ਜ਼ਿੰਮੇਵਾਰੀਆਂ ਪੂਰੀਆਂ ਕਰਨ ਵਾਸਤੇ ਕਾਰੋਬਾਰ ਕਰਨਾ ਹੈ, ਉਹਦੇ ਤੋਂ ਪੈਸਾ ਕਮਾਉਣਾ ਹੈ, ਉਹਦੇ ਨਾਲ ਲੋੜਾਂ ਦੀ ਪੂਰਤੀ ਹੋਣੀ। ਪਰ ਇਤਨੀ ਖਿੱਚ ਤੇ ਇਤਨੀ ਉਲਝਣ ਤਾਣੀ ਨਹੀਂ ਹੋਣੀ ਚਾਹੀਦੀ ਕਿ ਬਹੁਤ ਕੁਝ ਜ਼ਿੰਦਗੀ 'ਚੋਂ ਰਹੀ ਨਾ ਜਾਵੇ ਕਿਤੇ। ਬੱਚਿਆਂ ਨੂੰ ਵੀ ਟਾਈਮ ਦੇਣਾ ਹੈ, ਬੱਚਿਆਂ ਨੂੰ ਸੰਸਕਾਰ ਬੀਜਣੇ ਨੇ, ਘਰ ਦੇ ਵਿੱਚ ਏਕਤਾ ਮਾਹੌਲ ਏਕਤਾ ਇਤਫਾਕ ਵਾਲਾ ਮਾਹੌਲ ਬਣਾਉਣਾ ਹੈ, ਇੱਕ ਦੂਸਰੇ ਦੀਆਂ ਭਾਵਨਾਵਾਂ ਨੂੰ ਸਮਝਣ ਵਾਸਤੇ ਇੱਕ ਦੂਸਰੇ ਨਾਲ ਬੈਠਣਾ ਹੈ। ਘਰ ਵਿੱਚ ਪ੍ਰਾਈਮ ਟਾਈਮ ਦੇ ਵਿੱਚ ਪਰਿਵਾਰ ਬੈਠੇਗਾ, ਇੱਕ ਦੂਸਰੇ ਨਾਲ ਗੱਲਾਂ ਕਰੇਗਾ, ਇੱਕ ਦੂਸਰੇ ਦੀਆਂ ਭਾਵਨਾਵਾਂ ਸਮਝ ਆਉਂਦੀਆਂ ਨੇ, ਭਾਵਨਾਵਾਂ ਦਾ ਸਤਿਕਾਰ ਕਰਨ ਦੀ ਯੁਕਤ ਆਉਂਦੀ ਹੈ। ਕਿਤੇ ਇਹ ਨਾ ਰਹਿ ਜਾਵੇ, ਇਤਨੀ ਖਿੱਚ ਨਾ ਹੋਵੇ। ਜੇ ਖਿੱਚ ਪੈਦਾ ਹੋਗੀ ਤੇ ਗੱਲ ਯਾਦ ਰੱਖਿਓ, ਤ੍ਰਿਸ਼ਨਾ ਬਣ ਜਾਏਗੀ। ਇਹ ਉਹ ਖੂਹ ਹੈ ਜਿਹੜਾ ਨਾ ਕਿਸੇ ਦਾ ਭਰਿਆ ਤੇ ਨਾ ਭਰਨਾ ਆਖੋ। ਜਦੋਂ ਵਾਹਿਗੁਰੂ ਜੀ ਨਾਲ ਪਿਆਰ ਬਣਦਾ ਹੈ, ਵਾਹਿਗੁਰੂ ਜੀ ਹਾਜ਼ਰ ਨਾਜ਼ਰ ਮਹਿਸੂਸ ਹੁੰਦੇ ਨੇ, ਪਹਿਲਾਂ ਤਾਂ ਜਿਹੜੀ ਤ੍ਰਿਸ਼ਨਾ ਹੈ ਨਾ, ਇਹ ਮੁੱਕਦੀ। ਲੋਭ ਲਾਲਚ ਤੋਂ ਮਨ ਬਚਦਾ ਹੈ। ਪਤਾ ਲੱਗਦਾ ਹੈ ਲੋਭ ਲਾਲਚ ਵਿੱਚ ਜ਼ਿੰਦਗੀ ਵਿਅਰਥ ਜਾਂਦੀ ਹੈ। ਫਿਰ ਸਹਿਜ ਮਿਲਦਾ ਹੈ, ਆਤਮਿਕ ਅਡੋਲਤਾ। ਕੋਈ ਗੱਲ ਨਹੀਂ, ਘਾਟੇ ਵਾਧੇ ਚੱਲ ਲਵਾਂਗੇ, ਉਤਰਾਅ ਚੜਾਅ ਵਿੱਚੋਂ ਦੀ ਨਿਕਲ ਜਾਵਾਂਗੇ। ਤੇ ਗੁਰੂ ਦੇ ਮਾਰਗ ਦਾ ਅਸਲੀ ਸੁੱਖ ਹੈ, ਉਹ ਆਨੰਦ ਰਸ ਨਹੀਂ ਛੱਡਣਾ। ਸਹਿਜ ਸੁਖ ਪਾਇਆ, ਆਤਮਿਕ ਅਡੋਲਤਾ ਰਾਹੀਂ ਉਹ ਆਨੰਦ ਮਿਲਦਾ ਹੈ। ਇੱਕ ਪ੍ਰਕਿਰਿਆ ਅੰਦਰ ਵਾਪਰੀ, ਏਕੋ ਮਨ ਵਸਾਵਣਿਆ। ਮਨ ਦੇ ਵਿੱਚ ਇੱਕੋ ਇੱਕ ਵਾਹਿਗੁਰੂ ਜੀ ਦਾ ਪਿਆਰ ਵਸ ਗਿਆ ਆਖੋ। ਹਉ ਵਾਰੀ ਜੀਉ ਵਾਰੀ, ਇੱਕ ਸਸਿਉ ਚਿਤ ਲਾਵਣਿਆ। ਜਿਨ੍ਹਾਂ ਦੀ ਚੇਤਾ ਸ਼ਕਤੀ ਵਿੱਚ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਹੈ। ਜਿੱਥੇ ਜਿੱਥੇ ਚਿੱਤ ਸ਼ਬਦ ਆਉਂਦਾ ਨਾ, ਇਹਨੂੰ ਸਮਝ ਲਓ ਮੈਮਰੀ ਪਾਵਰ, ਯਾਦਾਸ਼ਤ। ਪਰਿਵਾਰ ਚੇਤੇ ਆਇਆ, ਪਰਿਵਾਰ ਕਿਹਨੇ ਦਿੱਤਾ? ਕਾਰੋਬਾਰ ਚੇਤੇ ਆਇਆ, ਕਾਰੋਬਾਰ ਕਿਹਨੇ ਦਿੱਤਾ ਹੈ? ਦਾਤਾਂ ਵਰਤ ਰਹੇ ਹਾਂ, ਦਾਤਾਂ ਕਿਹਨੇ ਦਿੱਤੀਆਂ? ਦਾਤੇ ਦੀ ਮਿੱਠੀ ਮਿੱਠੀ ਯਾਦ, ਉਹਨੂੰ ਕਹਿੰਦੇ ਨੇ ਚਿੱਤ ਲਾਉਣਾ। ਜਿਨ੍ਹਾਂ ਦੇ ਅੰਦਰ ਹਰ ਵੇਲੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਦਾ ਆਨੰਦ ਹੈ, ਸਤਿਗੁਰੂ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਣਾ। ਹਉ ਵਾਰੀ ਜੀਉ ਵਾਰੀ, ਮੈਂ ਕੁਰਬਾਨ ਜਾਣਾ ਉਹਨਾਂ ਤੋਂ। ਗੁਰਮਤਿ ਮਨ ਇਕਤ ਘਰ ਆਇਆ, ਸੱਚੈ ਰੰਗ ਰੰਗਾ ਬਣਿਆ ਰਹਾਉ। ਸੈਂਟਰਲ ਆਈਡੀਆ ਹੈ ਰਹਾਉ ਪਦਾ। ਗੁਰਮਤਿ ਇਸ ਜੀਵਨ ਨੂੰ, ਪਰਿਵਾਰ ਨੂੰ, ਕਾਰੋਬਾਰ ਨੂੰ, ਸਮਾਜ ਨੂੰ, ਸੰਸਾਰ ਨੂੰ ਗੁਰੂ ਸਾਹਿਬ ਕਿਸ ਨਜ਼ਰੀਏ ਨਾਲ ਦੇਖਦੇ ਨੇ? ਜਿਹਨੂੰ ਦੁਨੀਆ ਮੰਨਦੀ ਸੀ ਇਹ ਬਹੁਤ ਵੱਡੀ ਖੇਡ ਹੈ, ਗੁਰੂ ਸਾਹਿਬ ਕਹਿੰਦੇ ਕੁਛ ਵੀ ਨਹੀਂ ਆਖੋ। ਇਹ ਗੁਰੂ ਦਾ ਨਜ਼ਰੀਆ, ਗੁਰੂ ਦੀ ਸੋਚ ਹੈ, ਇਹਨੂੰ ਗੁਰਮਤ ਕਹਿੰਦੇ ਆ। ਦੁਨੀਆ ਮੰਨਦੀ ਸੀ ਅਮੀਰੀ ਆ ਜਾਣੀ, ਪ੍ਰੋਪਰਟੀ ਬਹੁਤ ਸਾਰੀ ਆ ਜਾਣੀ, ਬਹੁਤ ਵੱਡੀ ਖੇਡ ਹੈ। ਗੁਰੂ ਸਾਹਿਬ ਕਹਿੰਦੇ ਕੁਛ ਵੀ ਨਹੀਂ, ਉਲਝਣ ਤਾਂ ਨਹੀਂ ਹੈ। ਇਹ ਗੁਰੂ ਦਾ ਨਜ਼ਰੀਆ।
ਅਸੀਂ ਕਹਿੰਦੇ ਹਾਂ ਜੇ ਕ੍ਰੋਧ ਆ ਗਿਆ ਤਾਂ ਕੀ ਹੋ ਗਿਆ, ਨਫ਼ਰਤ ਆ ਗਈ ਤਾਂ ਕੀ ਹੋ ਗਿਆ, ਜੇ ਨਿੰਦਾ ਕਰ ਲਈ ਤਾਂ ਕੀ ਹੋ ਗਿਆ। ਗੁਰੂ ਸਾਹਿਬ ਕਹਿੰਦੇ ਨਹੀਂ, 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 ਇਹਨੂੰ ਲਾਈਟਲੀ ਨਾ ਲੈ, ਬਹੁਤ ਵੱਡੀ ਖੇਡ ਹੈ। ਇਹਨੇ ਤੇਰੇ ਘਰ ਵਿੱਚ, ਤੇਰੇ ਆਪਣੇ ਅੰਦਰ ਬਹੁਤ ਖਿਲਾਰੇ ਪਾ ਦੇਣੇ ਨੇ। ਇਹ ਗੁਰੂ ਦੀ ਸੋਚ ਹੈ। ਜਿਉਂ-ਜਿਉਂ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਾਂਗੇ, ਗੁਰੂ ਦੀ ਸੋਚ ਪਤਾ ਲੱਗੇਗੀ, ਸਾਡਾ ਮਨ ਵੀ ਫਿਰ ਉਸੇ ਨਜ਼ਰੀਏ ਨਾਲ ਸੋਚਣਾ ਸ਼ੁਰੂ ਕਰ ਦਿੰਦਾ। ਆਖੋ ਵਾਹਿਗੁਰੂ। ਉਹੀ ਆਈਡੀਓਲੋਜੀ ਸਾਡੀ ਮੱਤ ਵਿੱਚ ਆ ਜਾਂਦੀ ਹੈ, ਗੁਰਮਤੀ। ਫਿਰ ਇਹ ਮਨ ਇਕਤ ਘਰ ਆਇਆ, ਅਸਲੀ ਘਰ ਇਹਦਾ ਗੁਰਮੁਖ ਸੁਭਾਅ ਹੈ। ਇਹ ਮਨ ਗੁਰਮੁਖ ਸੁਭਾਅ ਨੂੰ ਛੱਡ ਗਿਆ ਸੀ। ਗੁਰਮੁਖ ਸੁਭਾਅ ਵਿੱਚ ਆਨੰਦ ਰਸ ਹੈ, ਵਾਹਿਗੁਰੂ ਜੀ ਦੀ ਯਾਦ ਦਾ, ਵਾਹਿਗੁਰੂ ਜੀ ਦੇ ਸ਼ੁਕਰਾਨੇ ਦਾ, ਵਾਹਿਗੁਰੂ ਜੀ ਦੀ ਭੈ ਭਾਵਨੀ ਦਾ। ਉਹ ਜਿਹੜਾ ਰਸ ਹੈ, ਉਹ ਮਹਿਲ ਹੈ, ਇਹ ਆਪਣੇ ਮਹਿਲ ਨੂੰ ਵੀ ਛੱਡ ਜਾਂਦਾ ਹੈ। ਤੇ ਗੁਰੂ ਦੇ ਨਜ਼ਰੀਏ ਨਾਲ ਜਦੋਂ ਸੋਚਣਾ ਸ਼ੁਰੂ ਕੀਤਾ, ਗੁਰੂ ਦੀ ਮੱਤ ਦੀ ਧਾਰਨੀ ਬਣ ਗਈ ਸਾਡੀ ਮੱਤ, ਤੇ ਮਨ ਫਿਰ ਗੁਰਮੁਖ ਸੁਭਾਅ ਤੇ ਉਸ ਸੁਭਾਅ ਵਿੱਚ ਰੱਬੀ ਰਸ, ਅੰਮ੍ਰਿਤਮਈ ਰਸ ਦੇ ਘਰ ਵਿੱਚ ਜਿਉਣਾ ਸਿੱਖ ਗਿਆ। ਸੱਚਾ ਰੰਗ ਰੰਗਾ ਬਣਿਆ। ਇਹ ਵਾਹਿਗੁਰੂ ਜੀ ਦੀ ਕਲਾ ਇਸ ਤਰੀਕੇ ਨਾਲ ਵਾਪਰਦੀ ਹੈ। ਇਸ ਤਰੀਕੇ ਨਾਲ ਵਾਹਿਗੁਰੂ ਸੱਚੇ ਪਾਤਸ਼ਾਹ, ਸੱਚਾ ਦੇ ਅਰਥ ਵਾਹਿਗੁਰੂ ਜੀ, ਇਹਨੂੰ ਪਿਆਰ ਦੇ ਰੰਗ ਵਿੱਚ ਰੰਗ ਦਿੰਦੇ ਨੇ। ਪਿਆਰ ਵਿੱਚ ਮਨ ਭਿੱਜਦਾ ਹੈ, ਬੜਾ ਚੰਗਾ ਲੱਗਦਾ ਫਿਰ ਗੁਰਮੁਖਤਾਈ ਦੇ ਸੁਭਾਅ ਵਿੱਚ ਜੀਵਨ ਜਿਉਣਾ। ਜਿਹੜੇ ਇਸ ਸਵਾਦ ਨੂੰ ਜਿੰਨਾ ਚੱਖਿਆ ਨਹੀਂ, ਜਿਨ੍ਹਾਂ ਗੁਰੂ ਦੇ ਉਪਦੇਸ਼ਾਂ ਨੂੰ ਸਮਝਿਆ ਨਹੀਂ, ਜ਼ਿੰਦਗੀ 'ਚ ਮੰਨਿਆ ਨਹੀਂ, ਉਹ ਇਸ ਰਸਤੇ ਤੋਂ, ਇਸ ਮਾਰਗ ਤੋਂ ਭੁੱਲ ਗਏ ਨੇ। ਗੁਰਸਿੱਖੀ ਦੇ ਮਾਰਗ ਨੂੰ ਭੁੱਲ ਗਏ ਨੇ। ਗੁਰਮਤਿ ਵਾਲੇ ਮਾਰਗ ਨੂੰ ਭੁੱਲ ਗਏ ਨੇ। ਇਹ ਜਗ ਭੂਲਾ ਤੈਂ ਆਪ ਭੁਲਾਇਆ, ਕਿਉਂਕਿ ਰੱਬ ਨੇ ਇੱਕ ਨਿਯਮ ਬਣਾਇਆ। ਜਿਨ੍ਹਾਂ ਅੰਦਰ ਭਾਵਨਾ ਹੀ ਨਹੀਂ ਹੈ, ਉਹ ਇੱਧਰ ਤੁਰਨਗੇ ਨਹੀਂ, ਉਹ ਦੂਸਰੇ ਪਾਸੇ ਭੁੱਲ ਗਏ। ਰੱਬ ਦੇ ਨਿਯਮ ਨੇ ਭੁੱਲ ਭੁਲਈਏ ਵਿੱਚ ਪਾ ਦਿੱਤਾ। ਉਹ ਨਿੰਦਾ ਕਰ ਸਕਦੇ ਨੇ ਘੰਟਾ ਘੰਟਾ। ਗੁਰਬਾਣੀ ਸਿੱਖਣੀ ਹੋਵੇ, ਅੱਧੇ ਘੰਟੇ 'ਚ ਬੋਰ ਹੋ ਜਾਣਗੇ, ਕਿਉਂਕਿ ਅੰਦਰ ਗੜਬੜ ਹੈ। ਅੰਦਰ ਗੜਬੜ। ਜਿੱਥੇ ਜਜ਼ਬਾਤੀ ਹੋਣ ਦੀ ਗੱਲ ਹੈ, ਉੱਥੇ ਬਹੁਤ ਵੱਡੇ ਵੱਡੇ ਇਕੱਠ ਹੋ ਜਾਣਗੇ। ਜਿੱਥੇ ਜਜ਼ਬਾਤੀ ਹੋਣ ਦੀ ਗੱਲ ਹੈ, ਉੱਥੇ ਬਹੁਤ ਸਾਰਾ ਪੈਸਾ ਅਸੀਂ ਖਰਚ ਕਰ ਦਿੰਦੇ ਹਾਂ। ਜੇ ਅਸੀਂ ਬੱਚਿਆਂ ਨੂੰ ਸਿੱਖੀ ਸਿਖਾਉਣ ਵਾਸਤੇ, ਬੱਚਿਆਂ ਨੂੰ ਗੁਰਬਾਣੀ ਸਿਖਾਉਣ ਵਾਸਤੇ ਅਸੀਂ ਇਕੱਠੇ ਨਹੀਂ ਹੋ ਸਕਦੇ, ਕਿਉਂਕਿ ਅੰਦਰ ਗੜਬੜ ਹੈ। ਇਸ ਪਾਸੇ ਅਸੀਂ ਪੈਸਾ ਨਹੀਂ ਖਰਚ ਕਰ ਸਕਦੇ, ਕਿਉਂਕਿ ਅੰਦਰ ਉਹ ਧਾਰਨਾ ਨਹੀਂ ਹੈ, ਉਹ ਭਾਵਨਾ ਨਹੀਂ ਹੈ, ਵਿਚਾਰਧਾਰਾ ਨਹੀਂ ਹੈ, ਅੰਦਰ ਉਹ ਤੜਫ ਨਹੀਂ ਹੈ, ਉਹ ਲਗਨ ਨਹੀਂ ਹੈ। ਤੇ ਰੱਬ ਦੇ ਨਿਯਮ ਹੈ, ਵਾਹਿਗੁਰੂ ਜੀ ਦਾ ਇੱਕ ਨੈਟਵਰਕ ਹੈ। ਫਿਰ ਜੇ ਇੱਧਰ ਤੇਰੀ ਲਗਨ ਨਹੀਂ ਹੈ, ਤਾਂ ਤੂੰ ਦੂਜੇ ਪਾਸੇ ਹੀ ਉਲਝਿਆ ਰਹੇਗਾ। ਭੁੱਲਿਆ ਹੋਇਆ ਜੱਗ, ਨਿਯਮ ਨੇ ਉਧਰਲੇ ਪਾਸੇ ਲਾਇਆ ਹੋਇਆ, ਆਪ ਭੁਲਾਇਆ। ਫਿਰ ਜਦੋਂ ਇੱਧਰਲੇ ਮਾਰਗ ਨੂੰ ਛੱਡ ਕੇ ਦੂਸਰੇ ਪਾਸੇ ਜਾਂਦਾ ਹੈ, ਉਧਰ ਰੱਬ ਵਿਸਰ ਜਾਂਦਾ ਹੈ। ਇੱਕ ਵਿਸਾਰ ਦੂਜਾ ਲੋਭਾਇਆ, ਇਹ ਮਾਰਗ ਵਿਸਰ ਗਿਆ। ਵਾਹਿਗੁਰੂ ਜੀ ਦੀ ਯਾਦ ਵਿਸਰ ਗਈ, ਭਾਵਨੀ ਵਿਸਰ ਗਈ। ਉਹ ਦੂਜੇ ਕੁਸੰਗੀ ਪ੍ਰਭਾਵ ਵਿੱਚ ਉਸ ਰਸ ਦਾ ਲੋਭ ਪੈ ਗਿਆ, ਉਸ ਲੋਭ ਦੇ ਵਿੱਚ ਗਵਾਚ ਗਿਆ, ਉਲਝਣ ਤਾਣੀ ਵਿੱਚ। ਹੌਲੀ ਹੌਲੀ ਉਹ ਉਲਝਣਾ ਵੀ ਚੰਗਾ ਲੱਗਣ ਲੱਗ ਪਿਆ। ਉਸ ਉਲਝਣ ਤਾਣੀ ਦੀ ਹੀ ਐਸੀ ਲੱਗਣ ਲੱਗ ਪਈ, ਅਨ ਦਿਨ ਸਦਾ ਫਿਰੈ ਭ੍ਰਮ ਭੂਲਾ, ਬਿਨ ਨਾਵੈ ਦੁੱਖ ਪਾਵਣਿਆ। ਦਿਨ ਰਾਤ ਭੁੱਲਿਆ ਹੋਇਆ, ਉਸ ਉਲਝਣ ਤਾਣੀ ਵਿੱਚ ਫਸਿਆ ਮਨੁੱਖ ਤੁਰਿਆ ਰਹਿੰਦਾ ਹੈ। ਗਿਆਨ ਰੂਪੀ ਨਾਮ ਨੂੰ ਸਿੱਖਣਾ, ਸਮਝਣਾ, ਜ਼ਿੰਦਗੀ ਜਿਉਣਾ, ਇਹ ਮਾਰਗ ਉਹਦੀ ਜ਼ਿੰਦਗੀ 'ਚ ਆਉਂਦਾ ਹੀ ਨਹੀਂ। ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਤੋਂ ਬਿਨਾਂ ਜ਼ਿੰਦਗੀ ਦੁਖੀ ਹੈ, ਜ਼ਿੰਦਗੀ ਉਲਝਣ ਤਾਣੀ ਵਿੱਚ ਹੈ, ਭਟਕਣਾ ਵਿੱਚ ਹੈ। ਪਰ ਜਿਨ੍ਹਾਂ ਦਾ ਪਿਆਰ ਬਣ ਗਿਆ, ਜਿਨ੍ਹਾਂ ਨੂੰ ਗੁਰੂ ਨਾਲ ਪਿਆਰ, ਰੱਬ ਨਾਲ ਪਿਆਰ, ਉਹ ਪਿਆਰ ਵਿੱਚ ਰੰਗੇ ਗਏ। ਜੋ ਰੰਗ ਰਾਤੇ ਕਰਮ ਵਿਧਾਤੇ, ਜਿਹੜੇ ਰੱਬ ਦੇ, ਗੁਰੂ ਦੇ ਪਿਆਰ ਵਿੱਚ ਰੰਗੇ ਜਾਂਦੇ ਨੇ ਨਾ, ਪਿਆਰ ਵਿੱਚ ਭਿੱਜਦੇ ਨੇ, ਕਰਮ ਵਿਧਾਤੇ। ਜਿਸ ਤਰ੍ਹਾਂ ਦੇ ਮਨ ਤੇ ਬੁੱਧ ਦੇ ਕਰਮ ਨੇ ਨਾ, ਉਸ ਤਰ੍ਹਾਂ ਦੀਆਂ ਵਿਧੀਆਂ ਵਰਤਾਉਂਦੇ ਨੇ ਵਾਹਿਗੁਰੂ ਜੀ, ਇਸ ਕਰਕੇ ਉਹਨੂੰ ਵਿਧਾਤੇ ਕਿਹਾ, ਵਿਧੀਆਂ ਬਣਾਉਣ ਵਾਲੇ। ਇਹ ਗੱਲ ਯਾਦ ਰੱਖਿਓ, ਜਿਹਦੀ ਭਾਵਨਾ ਹੈ ਨਾ ਅਰਥ ਸਿੱਖਣ ਦੀ, ਗੁਰੂ ਸਾਹਿਬ ਨੇ ਐਸੀ ਵਿਧੀ ਬਣਾ ਦੇਣੀ ਹੈ, ਉਹਨੂੰ ਅਰਥ ਸਿੱਖਣ ਵਾਸਤੇ ਰਾਹ ਖੁੱਲ੍ਹ ਜਾਣੇ। ਆਖੋ
ਜਿਹਦੇ ਮਨ ਦੇ ਅੰਦਰ ਲਗਨ ਬਣ ਗਈ ਕਿ ਗੁਰੂ ਦੇ ਮਾਰਗ ਤੇ ਜਿਉਣਾ ਹੈ, ਸਤਿਗੁਰੂ ਐਸੀ ਵਿਧੀ ਵਰਤਾ ਦਿੰਦੇ ਨੇ, ਉਹ ਮਾਰਗ ਤੇ ਤੁਰਦਾ ਹੈ। ਵਿਧੀਆਂ ਵਰਤਾਉਣ ਵਾਲੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਜੋ ਬਖਸ਼ਿਸ਼ਾਂ ਦਿੰਦੇ ਨੇ, ਜਿਹੜੇ ਉਸਦੇ ਪਿਆਰ ਵਿੱਚ ਭਿੱਜਦੇ ਨੇ, ਉਹਨਾਂ ਨੂੰ ਫਿਰ ਅਸਲੀ ਸੇਵਾ ਸਮਝਾ ਦਿੰਦੇ ਨੇ। ਅਸਲੀ ਸੇਵਾ ਕੀ ਹੈ? ਗੁਰ ਸੇਵਾ ਤੇ ਜੁਗ ਚਾਰੇ ਜਾਤੇ। ਅਸਲੀ ਸੇਵਾ ਹੈ ਗੁਰੂ ਦੇ ਉਪਦੇਸ਼ ਮੰਨਣੇ। ਪਹਿਲਾਂ ਤਾਂ ਗੁਰਬਾਣੀ ਦੇ ਅਰਥਾਂ ਨੂੰ ਸਮਝਣਾ ਹੈ, ਉਸ ਵਿੱਚੋਂ ਉਪਦੇਸ਼ ਸਮਝਣੇ ਨੇ। ਫਿਰ ਆਪਣੇ ਸੁਭਾਅ ਨੂੰ ਦੇਖਣਾ ਹੈ ਕਿ ਮੇਰਾ ਸੁਭਾਅ ਉਸ ਸਿੱਖਿਆ ਅਨੁਸਾਰ ਫਿੱਟ ਆ ਰਿਹਾ ਕਿ ਨਹੀਂ। ਸੁਭਾਅ ਦਾ ਜਿਹੜਾ ਹਿੱਸਾ ਨਹੀਂ ਫਿੱਟ ਆ ਰਿਹਾ, ਉਹ ਛੱਡਣਾ ਪਵੇਗਾ। ਖਵਾਈ ਜਿਉਂ-ਜਿਉਂ ਉਹਨੂੰ ਕਹਿੰਦੇ ਨੇ ਆਪਾ ਮੇਟਣਾ, ਉਹਨੂੰ ਕਹਿੰਦੇ ਨੇ ਸੁਭਾਅ ਬਦਲਣਾ, ਸ਼ਿੰਗਾਰਨਾ। ਇਹ ਗੁਰੂ ਦੀ ਸੇਵਾ ਹੈ। ਵਾਹਿਗੁਰੂ ਗੁਰ ਸੇਵਾ ਤੇ ਜੁਗ ਚਾਰੇ ਜਾਤੇ। ਜਿਸ ਤਰ੍ਹਾਂ ਦਾ ਮਰਜ਼ੀ ਮਾਹੌਲ ਹੋਵੇ, ਚਾਰੇ ਯੁੱਗ ਦੇ ਅਰਥ ਹੈ ਜਿਸ ਤਰ੍ਹਾਂ ਦੇ ਮਰਜ਼ੀ ਹਾਲਾਤ ਹੋਣ, ਉਹਨਾਂ ਦੇ ਜੀਵਨ ਤੋਂ ਝਲਕਦਾ ਹੈ। ਉਹ ਅੰਦਰ ਗੁਰੂ ਦੀ ਸੇਵਾ ਵਿੱਚ ਰੰਗੇ ਹੁੰਦੇ ਨੇ। ਉਹਨਾਂ ਦੇ ਕਰਮਾਂ ਵਿੱਚੋਂ ਝਲਕਦਾ ਹੈ, ਭਾਵ ਉਹ ਪ੍ਰਗਟ ਹੁੰਦੇ ਨੇ। ਉਹ ਆਪਣੀ ਅੰਦਰਲੀ ਭਾਵਨਾ ਨੂੰ ਛੁਪਾ ਕੇ ਰੱਖਦੇ ਨੇ, ਆਪਣੀ ਲਗਨ ਨੂੰ ਛੁਪਾ ਕੇ ਰੱਖਦੇ ਨੇ। ਜ਼ਿੰਮੇਵਾਰੀ ਸਮਝਦੇ ਨੇ ਕਿ ਵਾਹਿਗੁਰੂ ਦੀ ਦਿੱਤੀ ਲਗਨ ਹੈ, ਜ਼ਿੰਮੇਵਾਰੀਆਂ ਨਿਭਾਉਣੀਆਂ ਨੇ, ਪਰ ਪ੍ਰਗਟ ਹੋ ਜਾਂਦੀਆਂ। ਆਖੋ ਇਹਨੂੰ ਕਹਿੰਦੇ ਨੇ ਵਾਹਿਗੁਰੂ ਜੀ ਨੇ ਆਪ ਖੇਲ ਵਰਤਾਇਆ, ਜਿਸ ਨੂੰ ਆਪ ਦੇ ਵਡਿਆਈ, ਹਰ ਕੈ ਨਾਮ ਸਮਾਵਣਿਆ। ਫਿਰ ਇਸ ਪ੍ਰਕਿਰਿਆ ਵਿੱਚੋਂ ਦੀ ਨਿਕਲਦਿਆਂ ਜਿਸ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਆਪ ਵਡਿਆਈ ਦਿੰਦੇ ਨੇ, ਅਰਥ ਹੈ ਬਖਸ਼ਿਸ਼ ਦਿੰਦੇ ਨੇ। ਉਹ ਵਾਹਿਗੁਰੂ ਜੀ ਦੇ ਗਿਆਨ ਰੂਪੀ ਨਾਮ ਵਿੱਚ ਤੇ ਧਿਆਨ ਰੂਪੀ ਨਾਮ ਵਿੱਚ ਸਮਾਏ ਰਹਿੰਦੇ ਨੇ, ਪਿਆਰ ਵਿੱਚ ਭਿੱਜੇ ਰਹਿੰਦੇ ਨੇ। ਮਾਇਆ ਮੋਹ ਹਰ ਚੇਤੈ ਨਾਹੀ। ਜਿਹੜੇ ਰੋਂਗ ਅਟੈਂਸ਼ਨ ਮਾਇਆ ਹੈ। ਕੁਸੰਗੀਆਂ ਵਿੱਚ ਬੈਠਣਾ, ਕੁਸੰਗੀ ਪ੍ਰਭਾਵ ਕਬੂਲਣਾ ਮਾਇਆ ਹੈ। ਬੁਰੀਆਂ ਆਦਤਾਂ ਦੀ ਲਗਨ ਖਿੱਚ ਮਾਇਆ ਹੈ। ਫਿਰ ਚੰਗੀ ਲੱਗਣ ਲੱਗ ਜਾਂਦੀ ਹੈ, ਉਸ ਪਾਸੇ ਤੁਰਨਾ ਚੰਗਾ ਲੱਗਣ ਲੱਗ ਜਾਂਦਾ ਹੈ। ਮਾਇਆ ਮੋਹ ਹੈ, ਰੱਬ ਨਹੀਂ ਚੇਤੇ ਆਉਂਦਾ। ਫਿਰ ਅੰਦਰ ਵਿਕਾਰ ਜਨਮ ਲੈਂਦੇ ਨੇ, ਵਿਕਾਰਾਂ ਦੀ ਪ੍ਰਵਿਰਤੀ ਜਨਮ ਲੈਂਦੇ। ਇਹਨੂੰ ਜਮਾਂ ਦੀ ਪੂਰੀ ਕਿਹਾ ਗੁਰਬਾਣੀ ਅੰਦਰ। ਜਮਪੁਰ ਬੱਧਾ ਦੁੱਖ ਸਹਾਈ। ਇਹ ਮਨ ਵਿਕਾਰਾਂ ਦੀਆਂ ਆਦਤਾਂ ਵਿੱਚ ਦੁੱਖ ਸਹੇੜਦਾ ਹੈ, ਦੁੱਖ ਸਹਿੰਦਾ ਹੈ। ਜੇ ਕੋਈ ਇਸ ਮਨ ਨੂੰ ਸਮਝਾਵੇ, ਇਸ ਮਨ ਨੂੰ ਸਿਖਾਵੇ, ਇਹ ਸਿੱਖਣਾ ਨਹੀਂ ਚਾਹੁੰਦਾ, ਇਹਨੂੰ ਕੌੜਾ ਲੱਗਦਾ ਹੈ। ਅੰਨਾ ਬੋਲਾ ਕਿਛ ਨਦਰ ਨ ਆਵੈ, ਮਨਮੁਖ ਪਾਪ ਪਚਾਵਣਿਆ। ਮਨ ਅੰਨਾ ਹੋ ਜਾਂਦਾ ਹੈ, ਬੋਲਾ ਹੋ ਜਾਂਦਾ ਹੈ, ਨਾ ਸੁਣਨਾ ਚਾਹੁੰਦਾ ਹੈ, ਨਾ ਇਹ ਮਾਰਗ ਦੇਖਣਾ ਚਾਹੁੰਦਾ ਹੈ। ਉਹਨੂੰ ਜਿਸ ਪਾਸੇ ਤੁਰਿਆ ਨਾ, ਉਸ ਉਲਝਣ ਤਾਣੀ ਵਿੱਚ ਫਸੇ ਹੋਏ ਨੂੰ ਉਸ ਉਲਝਣ ਤਾਣੀ ਤੋਂ ਬਿਨਾਂ ਕੁਝ ਦਿਸਦਾ ਹੀ ਨਹੀਂ, ਨਜ਼ਰ ਨਾ ਆਵੇ। ਤੇ ਮਨ ਦੇ ਪਿੱਛੇ ਲੱਗ ਕੇ, ਸੁਭਾਅ ਦੇ ਪਿੱਛੇ ਲੱਗ ਕੇ ਪਾਪ ਪ੍ਰਵਿਰਤੀ ਵਿੱਚ ਪਚਿਆ ਰਹਿੰਦਾ ਹੈ। ਪਰ ਸਾਰੇ ਨਹੀਂ, ਕੁਝ ਉਹ ਨੇ ਜਿਹੜੇ ਮਨ ਦੇ ਪਿੱਛੇ ਨਹੀਂ, ਗੁਰੂ ਦੇ ਪਿੱਛੇ ਲੱਗਦੇ। ਉਹਨਾਂ ਨੂੰ ਆਪਣੇ ਸੁਭਾਅ ਦੀਆਂ ਇੱਛਾਵਾਂ ਦੇ ਵਿੱਚੋਂ ਮਿਲਣ ਵਾਲੇ ਰਸਾਂ ਨਾਲ ਪਿਆਰ ਨਹੀਂ, ਉਹਨਾਂ ਨੂੰ ਗੁਰੂ ਤੇ ਰੱਬ ਵਾਲੇ ਪਾਸੇ ਪਿਆਰ ਜਾਗ ਪੈਂਦਾ ਹੈ। ਉਹ ਰੱਬ ਦੇ ਪਿਆਰ ਵਿੱਚ ਰੰਗੇ ਰਹਿੰਦੇ ਨੇ। ਇੱਕ ਰੰਗ ਰਾਤੇ ਜੋ ਤੁਧ ਆਪ ਲਿਵ ਲਾਏ। ਉਹਨਾਂ ਨੂੰ ਵਾਹਿਗੁਰੂ ਜੀ ਲਿਵ ਦੇ ਦਿੰਦੇ ਨੇ, ਲਗਨ ਦੇ ਦਿੰਦੇ ਨੇ। ਉਹਨਾਂ ਨੂੰ ਇਸ ਪਾਸੇ ਤੁਰਨਾ ਬਹੁਤ ਚੰਗਾ ਲੱਗਦਾ। ਉਸ ਤਰ੍ਹਾਂ ਦਾ ਜੀਵਨ ਜਿਉਣਾ ਉਹਨਾਂ ਲਈ ਭਗਤੀ ਬਣ ਜਾਂਦਾ ਹੈ। ਉਹ ਪ੍ਰੇਮ ਵਿੱਚ ਭਿੱਜਦੇ ਨੇ ਤੇ ਪ੍ਰੇਮ ਵਿੱਚ ਭਿੱਜਣਾ ਹੀ ਭਗਤੀ ਬਣ ਜਾਂਦਾ। ਇਹਨੂੰ ਪ੍ਰੇਮਾ ਭਗਤੀ ਕਹਿੰਦੇ ਨੇ। ਭਾਏ ਭਗਤ ਤੇਰਾ ਮਨ ਭਾਏ। ਜਿਹੜੇ ਪ੍ਰੇਮ ਦੀ ਭਗਤੀ ਵਿੱਚ ਜੀਵਨ ਜਿਉਂਦੇ ਨੇ ਨਾ, ਉਹ ਵਾਹਿਗੁਰੂ ਜੀ ਨੂੰ ਬਹੁਤ ਚੰਗੇ ਲੱਗਦੇ ਨੇ ਤੇ ਵਾਹਿਗੁਰੂ ਜੀ ਉਹਨਾਂ ਦੇ ਮਨ ਨੂੰ ਬਹੁਤ ਚੰਗੇ ਲੱਗਦੇ ਨੇ। ਐਸੀ ਗੂੜੀ ਸਾਂਝ ਬਣਦੀ ਹੈ।
ਉਹ ਬਖਸ਼ਿਸ਼ ਦੇ ਪਾਤਰ ਬਣ ਜਾਂਦੇ ਨੇ। ਆਪੇ ਬਖਸ਼ ਵਾਹਿਗੁਰੂ, ਉਹ ਗੁਰੂ ਦੀ ਅਸਲੀ ਸੇਵਾ ਕਰਨੀ ਸਮਝ ਆਉਂਦੇ ਨੇ। ਸਤਿਗੁਰ ਸੇਵਨ ਸਦਾ ਸੁਖ ਦਾਤਾ, ਸਭ ਇੱਛਾ ਆਪ ਪੁਜਾਵਣਿਆ। ਉਹਨਾਂ ਦੇ ਅੰਦਰ ਇੱਕ ਇੱਛਾ ਹੁੰਦੀ ਹੈ, ਇੱਕ ਤੜਫ ਹੁੰਦੀ ਹੈ, ਲਗਨ ਹੁੰਦੀ ਹੈ, ਭਾਵਨਾ ਹੈ ਗੁਰੂ ਦੀ ਸੇਵਾ ਕਰਨ ਦੀ। ਤੇ ਗੁਰਬਾਣੀ ਸਿਖਾਉਂਦੀ ਹੈ ਗੁਰੂ ਦੀ ਸਭ ਤੋਂ ਵੱਡੀ ਸੇਵਾ ਹੈ ਗੁਰੂ ਦੀ ਆਵਾਜ਼ ਨੂੰ ਪਹਿਚਾਨ। ਗੁਰੂ ਸਾਹਿਬ ਕੀ ਕਹਿ ਰਹੇ ਨੇ? ਉਹ ਸਤਿਗੁਰ ਸਰੂਪ ਹੈ, ਉਸ ਨੂੰ ਮੰਨਣਾ ਹੀ ਸਤਿਗੁਰ ਦੀ ਸੇਵਾ ਆਖੋ। ਇਸ ਵਿੱਚੋਂ ਜਿਹੜਾ ਆਨੰਦ ਸੁੱਖ ਮਿਲਦਾ ਹੈ ਉਹ ਕਮਾਲ ਹੈ। ਤੇ ਸੁੱਖਾਂ ਦੇ ਦਾਤੇ ਜਿਨ੍ਹਾਂ ਨੂੰ ਸਤਿਗੁਰੂ ਦੀ ਅਸਲੀ ਸੇਵਾ ਸਮਝ ਆ ਗਈ, ਸੁੱਖਾਂ ਦੇ ਦਾਤੇ ਉਹਨੂੰ ਆਨੰਦ ਰਸ ਦਿੰਦੇ ਨੇ ਤੇ ਉਹਦੀ ਇੱਛਾ ਪੂਰੀ ਕਰ ਦਿੰਦੇ ਨੇ ਆਖੋ। ਉਹ ਇੱਛਾ ਕੀ ਸੀ? ਮੈਂ ਰੱਬ ਦੀ ਰਜ਼ਾ ਵਿੱਚ ਜਿਉਵਾਂ, ਵਾਹਿਗੁਰੂ ਜੀ ਨੂੰ ਸਮਰਪਿਤ ਹੋ ਕੇ ਜਿਉਵਾਂ, ਹਰ ਵੇਲੇ ਮਹਿਸੂਸ ਹੋਵੇ ਵਾਹਿਗੁਰੂ ਜੀ ਹਾਜ਼ਰ ਨਾਜ਼ਰ ਨੇ, ਉਹਦੀ ਸ਼ਰਨ ਵਿੱਚ ਜਿਉਵਾਂ। ਫਿਰ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ। ਹਰ ਜੀਓ ਤੇਰੀ ਸਦਾ ਸ਼ਰਨ ਆਈ, ਬਲੋਚਦੇ ਨੇ ਵਾਹਿਗੁਰੂ ਜੀ ਤੇਰੀ ਸ਼ਰਨ ਵਿੱਚ ਰਵਾਂ। ਜਿਹੜੇ ਉਹਦੀ ਸ਼ਰਨ ਵਿੱਚ ਰਹਿੰਦੇ ਨੇ ਉਹ ਬਖਸ਼ਿਸ਼ ਦੇ ਪਾਤਰ ਬਣ ਜਾਂਦੇ। ਆਪੇ ਬਖਸ਼ੈਂ ਦੇ ਵਡਿਆਈ, ਵਾਹਿਗੁਰੂ ਜੀ ਬਖਸ਼ਿਸ਼ ਦਿੰਦੇ ਨੇ। ਉਹਨਾਂ ਨੂੰ ਰੱਬ ਦੀਆਂ ਵਡਿਆਈਆਂ, ਗੁਰੂ ਦੀਆਂ ਵਡਿਆਈਆਂ, ਯਾਨੀ ਗੁਰੂ ਦੇ ਮਾਰਗ ਦੀਆਂ, ਰੱਬ ਦੇ ਮਾਰਗ ਦੀਆਂ ਡਿਸਕਸ਼ਨ ਕਰਨੀ ਬੜੀ ਚੰਗੀ ਲੱਗਦੀ ਹੈ, ਗੱਲਾਂ ਚਰਚਾ ਕਰਨੀ ਬੜੀ ਚੰਗੀ ਲੱਗਦੀ ਹੈ। ਵਡਿਆਈਆਂ ਕਰਦੇ ਨੇ, ਬੇਕਾਰਾਂ ਤੋਂ ਬਚ ਜਾਂਦੇ ਨੇ। ਜਮ ਕਾਲ ਤਿਸ ਨੇੜ ਨ ਆਵੈ, ਜੋ ਹਰ ਹਰ ਨਾਮ ਤੇ ਆਵਣਿਆ। ਜੋ ਗਿਆਨ ਰੂਪੀ ਨਾਮ ਨੂੰ ਸੋਚ ਤੇ ਸੁਭਾਅ ਦੇ ਲੈਵਲ ਤੇ ਪ੍ਰੈਕਟੀਕਲ ਜਿਉਂਦੇ ਨੇ, ਮੰਨਦੇ ਨੇ ਗੁਰੂ ਉਪਦੇਸ਼ ਨੂੰ। ਜੋ ਧਿਆਨ ਰੂਪੀ ਨਾਮ ਨੂੰ ਜਿਉਂਦੇ ਨੇ, ਮਿੱਠੀ ਮਿੱਠੀ ਯਾਦ ਦੇ ਰਸ ਵਿੱਚ ਵਾਹਿਗੁਰੂ ਜੀ ਦੀ ਪੈ ਪਾਵਨੀ ਵਿੱਚ ਜਿਉਂਦੇ ਨੇ, ਬੇਕਾਰਾਂ ਤੋਂ ਬਚ ਜਾਂਦੇ ਨੇ। ਐਸਾ ਮਾਹੌਲ, ਐਸਾ ਹਮਲਾ ਉਸ ਮਨ ਤੇ ਨਹੀਂ ਪੈਂਦਾ, ਕਿਉਂਕਿ ਦਿਨ ਰਾਤ ਵਾਹਿਗੁਰੂ ਜੀ ਦੇ ਪਿਆਰ ਵਿੱਚ ਭਿੱਜੇ ਹੁੰਦੇ ਨੇ। ਅਨ ਦਿਨ ਰਾਤੇ ਜੋ ਹਰ ਭਾਏ, ਜੋ ਦਿਨ ਰਾਤ ਹਰ ਵੇਲੇ ਆਪਣੇ ਗੁਰੂ ਸਾਹਿਬ ਦੇ ਤੇ ਵਾਹਿਗੁਰੂ ਜੀ ਦੇ ਪਿਆਰ ਵਿੱਚ ਰੰਗੇ ਹੁੰਦੇ ਨੇ, ਹਰ ਭਾਏ ਵਾਹਿਗੁਰੂ ਜੀ ਨੂੰ ਬਹੁਤ ਚੰਗੇ ਲੱਗਦੇ। ਮੇਰਾ ਪ੍ਰਭ ਮੇਲੇ ਮੇਲ ਮਿਲਾਏ, ਇਹ ਮੇਲ ਵਾਹਿਗੁਰੂ ਜੀ ਆਪ ਹੀ ਮਿਲਾਉਂਦੇ ਨੇ। ਵੈਸੇ ਤਾਂ ਇੱਕ ਸਿਧਾਂਤ ਹੈ, ਅਟਰੈਕਸ਼ਨ। ਜਿਸ ਤਰ੍ਹਾਂ ਦੀ ਭਾਵਨਾ ਹੋਏਗੀ ਨਾ, ਉਸ ਭਾਵਨਾ ਨੇ ਆਪੇ ਤੁਹਾਡੇ ਚਾਰ ਸਪੇਰੇ ਉਸ ਤਰ੍ਹਾਂ ਦਾ ਮਾਹੌਲ ਖਿੱਚ ਲਿਆਉਣਾ ਹੈ। ਇਹ ਯਾਦ ਰੱਖਿਓ। ਜਿਸ ਤਰ੍ਹਾਂ ਦਾ ਜਜ਼ਬਾ ਵਿਸ਼ਵਾਸ ਹੋਏਗਾ ਨਾ, ਉਸ ਤਰ੍ਹਾਂ ਦਾ ਮਾਹੌਲ ਵਾਹਿਗੁਰੂ ਜੀ ਨੇ ਬਣਾ ਦੇਣਾ ਚਾਰ ਸਪੇਰੇ। ਬਸ ਇੱਕੋ ਇੱਕ ਭਾਵਨਾ ਹੋਵੇ, ਸਦਾ ਸਦਾ ਸੱਚੇ ਤੇਰੀ ਸ਼ਰਨ ਆਈ, ਤੂੰ ਆਪੇ ਸੱਚ ਬੁਝਾਵਣਿਆ। ਵਾਹਿਗੁਰੂ ਜੀ ਬਸ ਤੁਹਾਡੀ ਸ਼ਰਨ ਵਿੱਚ ਰਵਾਂ, ਤੁਸੀਂ ਆਪ ਹੀ ਸੱਚ ਦੀ ਸੋਝੀ ਬਖਸ਼ਦੇ ਹੋ, ਸੱਚ ਬੁਝਾਵਣਿਆ। ਜਦੋਂ ਇੱਛਾ ਬਣ ਜਾਂਦੀ ਨਾ, ਵਾਹਿਗੁਰੂ ਜੀ ਆਪ ਹੀ ਇਸ ਮਾਰਗ ਦੀ ਸੋਝੀ ਦਿੰਦੇ ਨੇ, ਆਪੇ ਵਰਤਾਰੇ ਵਰਤਾ ਦਿੰਦੇ। ਬਹੁਤ ਪਰਿਵਾਰ ਅਰਥਾਂ ਸਮੇਤ ਸਹਿਜ ਪਾਠ ਲਗਾਤਾਰ ਕੰਟੀਨਿਊ ਕਰਦੇ ਨੇ, ਮਨ ਨੂੰ ਬੜੀ ਸੰਤੁਸ਼ਟੀ ਹੁੰਦੀ ਹੈ। ਜਦੋਂ ਇਹ ਵੀਡੀਓ ਅਪਲੋਡ ਹੋ ਜਾਂਦੀ ਹੈ, ਇੱਕ ਦਿਨ ਦੇ ਵਿੱਚ ਸੈਂਕੜੇ ਪਰਿਵਾਰ ਇਸ ਵੀਡੀਓ ਤੋਂ ਲਾਹਾ ਲੈ ਰਹੇ ਨੇ। ਇਹ ਗੱਲ ਯਾਦ ਰੱਖਿਓ। ਜਿਨ੍ਹਾਂ ਅੰਦਰ ਭਾਵਨਾ ਸੀ, ਵਾਹਿਗੁਰੂ ਜੀ ਨੇ ਵਿਧੀਆਂ ਵਰਤਾ ਦਿੱਤੀਆਂ। ਆਪ ਹੀ ਉਹ ਮਾਰਗ ਦੀ ਸੋਝੀ ਦਿੰਦੇ ਨੇ, ਆਪ ਹੀ ਅੰਦਰੋਂ ਖਿੱਚ ਪਾ ਦਿੰਦੇ ਨੇ। ਕਮਾਲ ਹੈ ਵਾਹਿਗੁਰੂ ਜੀ ਦਾ ਸਿਸਟਮ। ਜਿਨ ਸੱਚ ਜਾਤਾ ਸੇ ਸੱਚ ਸਮਾਣੇ। ਫਿਰ ਜਿਉਂ-ਜਿਉਂ ਇਸ ਮਾਰਗ ਦੀ ਸੋਝੀ ਆਉਂਦੀ ਹੈ, ਜਾਤਾ, ਜਿਉਂ-ਜਿਉਂ ਗੁਣਾਂ ਨੂੰ ਵਰਤ ਕੇ ਗੁਣਾਂ ਦੀ ਸੋਝੀ ਆਉਂਦੀ ਹੈ, ਜਿਹਨੂੰ ਅਸੀਂ ਪ੍ਰੈਕਟੀਕਲ ਐਕਸਪੀਰੀਅੰਸ ਕਹਿੰਦੇ ਹਾਂ, ਤਿਉਂ ਤੇ ਪਿਆਰ ਉਸ ਵਿੱਚ ਹੋਰ ਭਿੱਜ ਜਾਂਦਾ ਹੈ, ਲਗਨ ਹੋਰ ਵੱਧਦੀ ਜਾਂਦੀ ਹੈ, ਉਸ ਵਿੱਚ ਸਮਾ ਜਾਂਦੇ ਨੇ। ਉਹਨਾਂ ਨੂੰ ਰੱਬ ਦੇ ਗੁਣ ਗਾਉਣੇ ਅਸਲੀ ਯੋਗਤਾ ਆ ਜਾਂਦੀ ਹੈ। ਹਰ ਗੁਣ ਗਾਵੈ ਸੱਚ ਵਖਾਣੇ। ਤੁਹਾਨੂੰ ਯਾਦ ਹੋਏਗਾ ਪਿਛਲੇ ਐਪੀਸੋਡਸ ਦੇ ਵਿੱਚ ਆਪਾਂ ਤਿੰਨ ਚੀਜ਼ਾਂ ਵਿਚਾਰੀਆਂ ਸੀ, ਗੁਣ ਗਾਉਣੇ ਕੀ ਹੈ।
ਵਾਹਿਗੁਰੂ ਜੀ ਦੇ ਗੁਣਾਂ ਵਾਲਾ ਜੀਵਨ ਵਰਤਣਾ, ਗੁਣਾਂ ਵਾਲਾ ਜੀਵਨ ਜਿਉਣਾ ਤੇ ਸ਼ੁਕਰਾਨਾ ਵਾਹਿਗੁਰੂ ਜੀ ਦਾ ਕਰਨਾ ਗੁਣ ਵਾਹਿਗੁਰੂ ਜੀ ਦੇ ਨੰਬਰ 1। ਨੰਬਰ 2, ਗੁਣਾਂ ਨੂੰ ਪਰਉਪਕਾਰ ਲਈ ਵਰਤਣਾ ਤੇ ਸ਼ੁਕਰਾਨਾ ਕਰਨਾ ਪਰਉਪਕਾਰ ਵਾਹਿਗੁਰੂ ਜੀ ਬਖਸ਼ ਰਹੇ ਨੇ। ਰੱਬ ਦੇ ਮਾਰਗ ਦੀਆਂ, ਰੱਬ ਦੇ ਗੁਣਾਂ ਦੀਆਂ, ਰੱਬ ਦੇ ਨਿਜ਼ਮ ਦੀਆਂ, ਰੱਬ ਦੀਆਂ ਬਖਸ਼ਿਸ਼ਾਂ ਦੀਆਂ, ਗੁਰੂ ਸਾਹਿਬ ਦੇ ਉਪਦੇਸ਼ਾਂ ਦੀਆਂ, ਗੁਰੂ ਦੇ ਵਿਰਸੇ ਦੀਆਂ, ਗੁਰੂ ਦੇ ਕੌਤਕਾਂ ਦੀਆਂ ਵਿਚਾਰਾਂ ਕਰਨੀਆਂ, ਇਹ ਵੀ ਗੁਣ ਗਾਉਣੇ ਨੇ। ਜਿਹੜੇ ਇਸ ਤਰ੍ਹਾਂ 3 ਤਰੀਕਿਆਂ ਨਾਲ ਆਪਣੀ ਜ਼ਿੰਦਗੀ ਵਿੱਚ ਗੁਣ ਗਾਉਣ ਦੀ ਜੁਗਤ ਸਿੱਖ ਜਾਂਦੇ ਨੇ, ਸੱਚ ਵਿਖਾਣੇ, ਉਹਨਾਂ ਨੂੰ ਸੱਚ ਦੇ ਮਾਰਗ ਦੀ ਵਿਖਿਆਨ ਕਰਨਾ ਆ ਜਾਏਗਾ। ਉਹ ਜਦੋਂ ਵਿਚਾਰਦੇ ਨੇ, ਵਿਖਿਆਨ ਕਰਦੇ ਨੇ, ਲੋਕਾਂ ਦਾ ਮਨ ਖਿੱਚਿਆ ਜਾਂਦਾ ਹੈ, ਕਿਉਂਕਿ ਉਹਨਾਂ ਦਾ ਆਪਣਾ ਮਨ ਪਿਆਰ ਬੈਰਾਗ ਵਿੱਚ ਭਿੱਜਿਆ ਹੁੰਦਾ ਹੈ। ਨਾਨਕ ਨਾਮ ਰਤੇ ਬੈਰਾਗੀ, ਨਿਜ ਘਰ ਤਾੜੀ ਲਾਵਣਿਆ। ਉਹਨਾਂ ਦੀ ਸਮਾਧੀ ਕੀ ਹੈ? ਤਾੜੀ ਹੁੰਦਾ ਸਮਾਧੀ, ਆ ਗੁਰਮਤਿ ਦੀ ਸਮਾਧੀ ਹੈ। ਨੰਬਰ 1, ਹਰ ਵੇਲੇ ਪਿਆਰ ਦੇ ਵਿੱਚ ਵਾਹਿਗੁਰੂ ਜੀ ਦੇ ਗਿਆਨ ਰੂਪੀ ਨਾਮ ਦੇ ਵਿੱਚ ਭਿੱਜੇ ਹੁੰਦੇ ਨੇ। ਭਾਵ ਜਿਉਣਾ ਹੈ ਗੁਰੂ ਦਾ ਉਪਦੇਸ਼ ਮੰਨ ਕੇ, ਸੁਭਾਅ ਨੂੰ, ਸੋਚ ਨੂੰ ਸੰਭਾਲਣਾ ਹੈ ਉਪਦੇਸ਼ ਮੰਨ ਕੇ। ਫਿਰ ਉਹ ਧਿਆਨ ਰੂਪੀ ਨਾਮ ਦੇ ਅਹਿਸਾਸ ਵਿੱਚ ਜਿਉਂਦੇ ਨੇ। ਮਿੱਠੀ ਮਿੱਠੀ ਯਾਦ, ਪੈ ਪਾਵਨੀ, ਸ਼ੁਕਰਾਨਾ, ਇਹ ਅਹਿਸਾਸ ਦਾ ਤਲ ਹੈ। ਜਿਹੜਾ ਗਿਆਨ ਰੂਪੀ ਨਾਮ ਹੈ ਨਾ, ਇਹ ਅਭਿਆਸ ਦਾ ਤਲ ਹੈ। ਜ਼ਿੰਦਗੀ ਦਾ ਅਭਿਆਸ ਕਰਨਾ, ਗੁਰੂ ਦੇ ਉਪਦੇਸ਼ਾਂ ਅਨੁਸਾਰ ਜਿਉਣਾ। ਧਿਆਨ ਰੂਪੀ ਨਾਮ ਅਹਿਸਾਸ ਦਾ ਤਲ ਹੈ। ਉਹ ਵੈਰਾਗ ਵਿੱਚ, ਪਿਆਰ ਵਿੱਚ ਭਿੱਜੇ ਰਹਿੰਦੇ ਨੇ ਤੇ ਗੁਰਮੁਖ ਸੁਭਾਅ ਵਿੱਚ ਜਿਉਂਦੇ ਨੇ। ਇਹ ਸਮਾਧੀ ਹੈ। ਆਖੋ ਵਾਹਿਗੁਰੂ। ਨਿਜ ਘਰ ਤਾੜੀ ਲਾਵਣਿਆ। ਗੁਰਮੁਖ ਸੁਭਾਅ ਸਾਡਾ ਨਿਜ ਘਰ ਹੈ। ਇਸ ਵਿੱਚ ਅਡੋਲਤਾ ਹੈ, ਵੈਰਾਗ ਹੈ, ਪਿਆਰ ਹੈ, ਲਗਨ ਹੈ, ਲਿਵ ਹੈ, ਜਨੂਨ ਹੈ, ਜਜ਼ਬਾ ਹੈ। ਇਸ ਭਾਵਨਾ ਵਿੱਚ ਜਿਉਣਾ ਅਸਲੀ ਸਮਾਧੀ ਹੈ। ਆਖੋ। ਅਗਲਾ ਸ਼ਬਦ ਮਾਝ ਰਾਗ ਦੀ 5ਵੀਂ ਅਸ਼ਟਪਦੀ, ਤੀਸਰੇ ਪਾਤਸ਼ਾਹ ਜੀ ਦਾ ਚੌਥਾ ਸ਼ਬਦ ਆ ਰਿਹਾ ਹੈ। ਮਾਝ ਮਹੱਲਾ ਤੀਜਾ। ਇਸ ਅਗਲੇ ਸ਼ਬਦ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। 2 ਪਦਿਆਂ ਤੱਕ ਵਿਚਾਰ ਆਪਾਂ ਕਰਾਂਗੇ। ਸ਼ਬਦ ਮਰੈ ਸੋ ਮੂਆ ਜਾਪੈ। ਜਿਉਂ ਜਿਉਂ ਗੁਰੂ ਦੇ ਉਪਦੇਸ਼ ਅਨੁਸਾਰ ਆਪਣੇ ਸੁਭਾਅ ਨੂੰ ਦੇਖਾਂਗੇ ਨਾ, ਸ਼ਬਦ ਹੁੰਦਾ ਉਪਦੇਸ਼, ਆਪਣੀ ਸੋਚ ਨੂੰ ਦੇਖਾਂਗੇ, ਪਤਾ ਲੱਗੇਗਾ ਮੇਰੇ ਸੁਭਾਅ ਦਾ ਆ ਹਿੱਸਾ ਮੇਰੇ ਗੁਰੂ ਦੇ ਉਪਦੇਸ਼ ਅਨੁਸਾਰ ਨਹੀਂ ਹੈ। ਮੇਰੀ ਸੋਚ ਦਾ ਆ ਹਿੱਸਾ ਮੇਰੇ ਗੁਰੂ ਦੇ ਉਪਦੇਸ਼ ਅਨੁਸਾਰ ਨਹੀਂ ਹੈ। ਫਿਰ ਉਸ ਪਾਸੇ ਤੋਂ ਮਨ ਨੂੰ ਹਟਾਉਣ ਦਾ ਅਭਿਆਸ ਹੁੰਦਾ ਹੈ, ਅਹਿਸਾਸ ਹੁੰਦਾ ਹੈ, ਫਿਰ ਆਦਤ ਬਣ ਜਾਂਦੀ ਹੈ। ਜਦੋਂ ਕੁਸੰਗੀ ਪ੍ਰਭਾਵ ਤੋਂ, ਪਸ਼ੂ ਪ੍ਰਵਿਰਤੀਆਂ ਤੋਂ ਇਹ ਮਨ ਮਰ ਜਾਂਦਾ, ਦੂਸਰੇ ਪਾਸੇ ਗੁਰੂ ਦੇ ਮਾਰਗ ਤੇ ਤੁਰਦਾ ਹੈ ਤੇ ਪ੍ਰਗਟ ਇਹਦੇ ਜੀਵਨ ਚੋਂ ਝਲਕਦਾ ਜਾਪਾ ਹੈ। ਫਿਰ ਇਹਨੂੰ ਕੁਸੰਗੀ ਪ੍ਰਭਾਵ ਦਾ, ਬੁਰੀਆਂ ਆਦਤਾਂ ਦਾ ਜਿਹੜਾ ਹਮਲਾ ਹੈ ਨਾ, ਉਹ ਅਸਰ ਨਹੀਂ ਪਾਉਂਦਾ। ਕਾਲ ਨਾ ਚਾਪੈ, ਦੁੱਖ ਨਾ ਸੰਤਾਪੈ। ਫਿਰ ਆਤਮਿਕ ਮੌਤੇ ਮਨ ਨਹੀਂ ਮਰਦਾ। ਭਾਵ ਕੁਸੰਗੀ ਪਸ਼ੂ ਪ੍ਰਵਿਰਤੀਆਂ ਵਿੱਚ, ਕੁਸੰਗੀ ਪ੍ਰਵਿਰਤੀਆਂ ਵਿੱਚ, ਬੁਰੀਆਂ ਆਦਤਾਂ ਵਿੱਚ ਨਹੀਂ ਜਾਂਦਾ ਤੇ ਇਹਦੇ ਅੰਦਰੋਂ ਦੁੱਖ ਪੀੜਾ ਖਤਮ ਹੋ ਜਾਂਦੇ ਨੇ। ਇਹ ਮਨ ਗੁਣਾਂ ਵਾਲਾ ਬਣ ਕੇ ਆਤਮਾ ਵਰਗਾ ਬਣ ਜਾਂਦਾ। ਇਹ ਮਨ ਦੀ ਆਵਾਜ਼, ਮਨ ਦੀ ਡਿਸਕਸ਼ਨ, ਜ਼ਮੀਰ ਦੀ ਡਿਸਕਸ਼ਨ ਵਰਗੀ ਬਣ ਜਾਂਦੀ ਹੈ। ਜੋਤੀ ਵਿੱਚ ਮਿਲ ਜੋਤ ਸਮਾਣੀ, ਸੁਣ ਮਨ ਸੱਚ ਸਮਾ ਬਣਿਆ। ਜੋਤੀ 'ਚ ਜੋਤ ਰਲ ਜਾਂਦੀ ਜਦੋਂ ਮਨ ਗੁਰੂ ਦੀਆਂ ਵਿਚਾਰਾਂ, ਗੁਰੂ ਦੇ ਉਪਦੇਸ਼ਾਂ ਨੂੰ ਪਿਆਰ ਵਿੱਚ ਭਿੱਜ ਕੇ ਸੁਣਦਾ ਹੈ। ਮਨ ਉਹ ਜਿਹਾ ਹੋ ਜਾਂਦਾ ਹੈ, ਸਮਾ ਜਾਂਦਾ ਉਸ ਵਿੱਚ। ਇਸ ਤਰ੍ਹਾਂ ਦੇ ਜੋ ਜੀਵਨ ਨੇ, ਹਉ ਵਾਰੀ ਜਿਉ ਵਾਰੀ, ਹਰ ਕੈ ਨਾਏ ਸ਼ੋਭਾ ਪਾਵਣਿਆ। ਜਿਹੜੇ ਵਾਹਿਗੁਰੂ ਜੀ ਦੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦੇ ਨਾਲ ਵਾਹਿਗੁਰੂ ਜੀ ਦੀ ਬਖਸ਼ਿਸ਼ ਪਾ ਲੈਂਦੇ ਨੇ। ਸ਼ੋਭਾ, ਵਡਿਆਈ, ਇਹਦਾ ਇਸ਼ਾਰਾ ਹੈ ਬਖਸ਼ਿਸ਼ ਪਾ ਲੈਂਦੇ ਨੇ। ਜਿਨ੍ਹਾਂ ਨੂੰ ਬਖਸ਼ਿਸ਼ ਮਿਲ ਜਾਂਦੀ ਹੈ, ਸਤਿਗੁਰੂ ਕਹਿੰਦੇ ਮੈਂ ਬਲਿਹਾਰ ਜਾਂਦਾ ਉਹਨਾਂ, ਕਿਉਂਕਿ ਉਹਨਾਂ ਨੂੰ ਅਸਲੀ ਸੇਵਾ ਤੇ ਆਪਣੀ ਯਾਦਾਸ਼ਤ, ਚੇਤਾ ਸ਼ਕਤੀ ਨੂੰ ਸਹੀ ਦਿਸ਼ਾ ਵਿੱਚ ਵਰਤਣਾ ਆ ਗਿਆ। ਸਤਿਗੁਰ ਸੇਵ ਸੱਚ ਚਿਤ ਲਾਇਆ,
ਗੁਰਮਤਿ ਸਹਿਜ ਸਮਾਵਣਿਆ ਰਹਾਉ ਸੈਂਟਰਲ ਆਈਡੀਆ ਹੈ। ਸੱਤ ਸਿਧਾਂਤ ਹੈ ਸ਼ਬਦ ਦਾ। ਉਹਨਾਂ ਨੇ ਸਤਿਗੁਰੂ ਦੀ ਸੇਵਾ ਨੂੰ ਸਮਝ ਲਿਆ। ਗੁਰੂ ਦਾ ਉਪਦੇਸ਼ ਮੰਨਣਾ ਸਤਿਗੁਰ ਕੀ ਸੇਵਾ ਹੈ। ਉਹਨਾਂ ਸੱਚ ਦੇ ਨਾਲ ਚਿੱਤ ਲਾਇਆ। ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਸਿਮਰਨ ਰਸ ਚਿੱਤ ਲਾ ਲਿਆ। ਪਰਿਵਾਰ ਦਾ ਚੇਤਾ ਆਉਂਦਾ ਹੈ ਤੇ ਪਰਿਵਾਰ ਦੇਣ ਵਾਲਾ ਨਿਰੰਕਾਰ ਵੀ ਚੇਤੇ ਆਉਂਦਾ, ਚਿੱਤ ਲੱਗ ਗਿਆ। ਪੁੱਤਰ ਧੀਆਂ ਯਾਦ ਆਉਂਦੇ ਨੇ, ਪੁੱਤਰ ਧੀਆਂ ਦੇਣ ਵਾਲੇ ਵਾਹਿਗੁਰੂ ਜੀ ਵੀ ਚੇਤੇ ਆ ਜਾਂਦੇ ਨੇ, ਚਿੱਤ ਲੱਗ ਗਿਆ। ਦਾਤਾਂ ਵਰਤ ਰਿਹਾ, ਯਾਦ ਦਾਤੇ ਦੀ ਬਣ ਰਹੀ। ਗੁਰੂ ਦੀ ਸੋਚ ਅਨੁਸਾਰ ਸੋਚਣਾ ਸ਼ੁਰੂ ਕੀਤਾ। ਗੁਰੂ ਬਾਣੀ ਦੇ ਅੰਦਰ ਦਸੀਆਂ ਹੋਈਆਂ ਰਮਜ਼ਾਂ ਉਸ ਨਜ਼ਰੀਏ ਅਨੁਸਾਰ ਸੋਚਣਾ ਸ਼ੁਰੂ ਕੀਤਾ। ਮੱਤ ਗੁਰਮਤਿ ਦੀ ਧਾਰਨੀ ਬਣ ਗਈ, ਅੰਦਰ ਅਡੋਲਤਾ ਆ ਗਈ। ਇਸ ਮਾਰਗ ਤੇ ਤੁਰਨਾ। ਜਿਨ੍ਹਾਂ ਨੂੰ ਇਸ ਮਾਰਗ ਦਾ ਨਹੀਂ ਪਤਾ ਲੱਗਿਆ, ਜਿਨ੍ਹਾਂ ਨੇ ਗੁਰਬਾਣੀ ਚੋਂ ਅਰਥਾਂ ਨੂੰ ਨਹੀਂ ਦੇਖਿਆ, ਰਮਜ਼ਾਂ ਨੂੰ ਨਹੀਂ ਦੇਖਿਆ, ਜ਼ਿੰਦਗੀ 'ਚ ਨਹੀਂ ਜਿਉਇਆ, ਉਹਨਾਂ ਦਾ ਜੀਵਨ ਕੱਚਾ ਰਹਿ ਗਿਆ। ਕਾਇਆ ਕੱਚੀ ਕੱਚਾ ਚੀਰ ਹੰਢਾਏ। ਉਹ ਜਿਤਨੇ ਸਰੀਰ ਕਰਮ ਕਰਦਾ ਹੈ ਨਾ, ਉਹ ਸਾਰੇ ਕੱਚੇ ਪਣ ਦੇ ਕਰਮ ਨੇ। ਕਾਇਆ ਕੱਚੀ, ਕੱਚਾ ਚੀਰ, ਚੀਰ ਹੁੰਦਾ ਹੈ ਕੱਪੜਾ, ਪਹਿਰਾਵਾ, ਕਿਉਂਕਿ ਸੁਭਾਅ ਦਾ ਪਹਿਰਾਵਾ ਹੀ ਕੱਚਾ ਹੈ। ਆਖੋ ਮਨਮੁੱਖਾਂ ਵਿੱਚ ਜਿਉਇਆ, ਮਨਮੁੱਖਾਂ ਦੇ ਕਲਚਰ ਵਿੱਚ ਗਰੋ ਅਪ ਹੋਇਆ, ਮਨਮੁਖਤਾਈ ਵਾਲਾ ਸੁਭਾਅ ਆ ਗਿਆ। ਗੁਰੂ ਦੇ ਰੰਗ ਤੋਂ ਕੱਚਾ ਰਹਿ ਗਿਆ। ਆਖੋ ਸਿੱਖੀ ਦੇ ਰੰਗ ਤੋਂ ਕੱਚਾ ਰਹਿ ਗਿਆ, ਗੁਰਮਤਿ ਦੇ ਰੰਗ ਤੋਂ ਕੱਚਾ ਰਹਿ ਗਿਆ। ਉਹਦੇ ਮਨ ਦੀ ਦਿਸ਼ਾ ਦੂਸਰੇ ਪਾਸੇ ਨੂੰ ਲੱਗ ਗਈ। ਦੂਜਾ ਲਾਗੀ ਮਹਿਲ ਨਾ ਪਾਏ। ਉਹਦਾ ਮਨ ਤੇ ਮਤ ਦੂਜੇ ਪਾਸੇ ਦੀ ਖਿੱਚ ਲੱਗ ਗਈ, ਦੂਜੇ ਪਾਸੇ ਦਾ ਪਿਆਰ ਪੈ ਗਿਆ। ਉਹਨੂੰ ਗੁਰਮਤਿ ਵਾਲਾ ਮਹਿਲ, ਸਿੱਖੀ ਵਾਲਾ ਮਹਿਲ, ਗੁਰੂ ਦੀ ਬਖਸ਼ਿਸ਼ ਵਾਲਾ ਮਹਿਲ ਇਹ ਪ੍ਰਾਪਤ ਨਾ ਹੋਇਆ। ਦਿਨ ਰਾਤ ਤ੍ਰਿਸ਼ਨਾ ਦੀ ਅੱਗ ਵਿੱਚ, ਨਫ਼ਰਤ ਈਰਖਾ ਸਾੜੇ ਦੀ ਅੱਗ ਵਿੱਚ, ਲੋਭ ਲਾਲਚ ਦੀ ਅੱਗ ਵਿੱਚ, ਦਿਨ ਜਲਦੀ ਫਿਰੈ ਦਿਨ ਰਾਤੀ, ਬਿਨ ਫਿਰ ਬਹੁ ਦੁੱਖ ਪਾਵਣਿਆ। ਉਹ ਮੱਤ ਦਿਨ ਰਾਤ ਸੜਦੀ ਹੈ, ਆਪਣੇ ਗੁਣਾਂ ਨੂੰ ਸਾੜ ਲੈਂਦੀ ਹੈ। ਨਫ਼ਰਤ ਈਰਖਾ ਸਾੜੇ ਵਿੱਚ, ਜੈਲਸ ਵਿੱਚ, ਲੋਭ ਲਾਲਚ ਵਿੱਚ ਅੰਦਰੋਂ ਗੁਣਾਂ ਨੂੰ ਸਾੜ ਰਹੀ ਹੈ। ਦਿਨ ਰਾਤ ਗੁਣ ਸੜ ਰਹੇ ਨੇ। ਗੁਰੂ ਦਾ ਮਾਰਗ, ਰੱਬ ਦਾ ਮਾਰਗ ਫਿਰ ਚੰਗਾ ਨਹੀਂ ਲੱਗਦਾ। ਪਤੀ ਤੋਂ ਸਖਣੀ ਹੈ ਉਹ ਮੱਤ, ਬਿਨ ਫਿਰ ਬਹੁ ਦੁੱਖ ਪਾਵਣਿਆ। ਉਹ ਦੁਖੀ ਹੈ, ਦੁੱਖਾਂ ਨੂੰ ਸਹੇੜਦੀ ਹੈ। ਸਤਿਗੁਰੂ ਕਿਰਪਾ ਕਰਨ, ਸਾਡੇ ਸਾਰਿਆਂ ਦੇ ਮਨ ਅੰਦਰ ਗੁਰੂ ਦੇ ਮਾਰਗ ਦਾ ਪਿਆਰ ਰਸ ਬਣ ਜਾਵੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਪੀਵੈ ਸੁਣ ਸ਼ਬਦ ਵਿਚਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ, ਜਿਮ ਜਿਮ ਵਰਸੈ ਅੰਮ੍ਰਿਤ ਧਾਰਾ। ਮਨ ਪੀਵੈ